गौड़ी पानी मैला माटी गोरी, इस माटी की पुतरी जोरी। मैं नाही कछ आहे न मोरा, तन धन सब रस गोबिंद तोरा। रहाओ। वाहिगुरु जी का खालसा वाहिगुरु जी की फतेह। धन धन सतगुरु गरीब नवाज साहिब श्री गुरु ग्रंथ साहब महाराज अंग 336 337। भगतां की बाणी के अंतर्गत गौड़ी राग दे विच श्री कबीर जी का 60 नंबर वचन। कहते पानी मैला माटी गोरी, इस माटी की पुतरी जोरी। पानी मैला माटी गोरी अर्थात के पिता का वीरज रूप पानी, मैला अर्थात गंदला अते माता की रगत रूप मिट्टी, गोरी अर्थात सुरख है सुरख। ਅਤੇ ਪਾਤਸ਼ਾਹ ਕਹਿੰਦੇ ਇਸ ਮਾਟੀ ਕੀ ਪੁਤਰੀ ਜੋਰੀ। ਪੁਤਰੀ ਦਾ ਉਚਾਰਨ ਪੋਲਾ ਹੋਵੇਗਾ, ਪੁਤਲੀ ਦੇ ਅਰਥਾਂ ਦੇ ਵਿੱਚ ਹੈ। ਜੇ ਉੱਤੇ ਅਦਕ ਲਾ ਦਿੱਤਾ ਪੁੱਤਰੀ ਕਹਿ ਦਿੱਤਾ ਤੇ ਉਹ ਧੀ ਦੇ ਅਰਥਾਂ 'ਚ ਆ ਜਾਣਾ। ਸੋ ਇਸ ਮਾਟੀ ਕੀ ਪੁਤਰੀ ਜੋਰੀ ਅਰਥਾਤ ਕਿ ਮਾਤਾ ਪਿਤਾ ਦੇ ਸੰਗਮ ਦੇ ਸਦਕਾ, ਮਾਤਾ ਦੀ ਰਕਤ ਔਰ ਪਿਤਾ ਦੇ ਵੀਰਜ, ਇਹਨਾਂ ਦੋਹਾਂ ਦੇ ਸੰਵੇਲ ਤੋਂ ਹੀ उस अकाल पुरख वाहिगुरु जी ने मिट्टी की एक पुतली जोड़ दी, भाव के मनुखा देह की रचना कर दी। जिक्र योग है कि माता और पिता का तो केवल संगम मात्र ही होया है, मनुखा देह की रचना तो खुद अकाल पुरख वाहिगुरु जी ही करते हैं। जिवें धनासरी राग दे विच धन गुरु नानक देव महाराज जियां दा फरमान है ना, कहते जैन ਕੰਨ ਕੀਤੇ ਅੱਖੀ ਨਾਕ। ਜਿਹੜੇ ਅਕਾਲ ਪੁਰਖ ਨੇ ਸਾਡੇ ਕੰਨ ਬਣਾਏ ਨੇ, ਅੱਖਾਂ ਬਣਾਈਆਂ, ਨੱਕ ਬਣਾਏ। ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਹੜੇ ਅਕਾਲ ਪੁਰਖ ਨੇ ਸਾਨੂੰ ਜ਼ੁਬਾਨ ਦਿੱਤੀ ਹੈ ਜਿਹੜੀ ਕਾਲੀ ਕਾਲੀ ਬੋਲਦੀ ਹੈ। ਜਿਨ ਮਨ ਰਾਖਿਆ ਅਗਨੀ ਪਾਏ, ਵਾਜਾ ਪਵਨ ਆਖੈ ਸਭ ਜਾਏ। ਜਿਹਨੇ ਸਾਡੇ ਮਨ ਨੂੰ ਮਾਤਾ ਦੀ ਉਦਰ ਅਗਨੀ ਦੇ ਵਿੱਚ ਬਚਾ ਕੇ ਰੱਖਣਾ ਕੀਤਾ ਹੈ। ਸੋ ਕਹਿਣ ਤੋਂ ਭਾਵ ਸਾਰੇ ਅੰਗ ਪੈਰ ਅੰਦਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਦਿੰਦੇ ਨੇ। ਇਹਨਾਂ ਨੂੰ ਸ਼ਕਤੀ ਵੀ ਆਪ ਹੀ ਦਿੰਦੇ ਨੇ, ਦੇਖਣ ਦੀ, ਸੁਣਨ ਦੀ, ਸੁੰਘਣ ਦੀ, ਚੱਖਣ ਦੀ, ਸਪਰਸ਼ ਦੀ। ਸੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁਤਰੀ ਜੋਰੀ। ਸੋ ਅੱਗੋਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ। कहते मैं नाही कछ आहे न मोरा, तन धन सब रस गोबिंद तोरा। रहाओ। मैं नाही कछ आहे न मोरा। हे अकाल पुरख वाहिगुरु, मैं तो निमाणा जिहा जीव विचारा कुछ भी नहीं। मैं नाही कछ आह न मोरा। आह ਦਾ ਅਰਥ ਹੁੰਦਾ ਹੈ ਕਛ ਆਹ ਨਾ ਮੋਰਾ, ਅਰਥਾਤ ਕਿ ਨਾ ਹੀ ਮੇਰਾ ਕੁਝ ਹੈ। ਤਾਂ ਫਿਰ ਅਸਲ ਦੇ ਵਿੱਚ ਸਾਰਾ ਕੁਝ ਹੈ ਕਿਹਦਾ? ਮਹਾਰਾਜ ਕਹਿੰਦੇ ਤਨ ਧਨ ਸਭ ਰਸ ਗੋਬਿੰਦ ਤੋਰਾ। ਰਹਾਉ। ਅਰਥਾਤ ਕਿ ਹੇ ਗੋਬਿੰਦ ਜੀ, ਹੇ ਸ੍ਰਿਸ਼ਟੀ ਦੇ ਰਾਖੇ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ, ਮੇਰਾ ਇਹ ਸਾਰਾ ਧਨ ਪਦਾਰਥ ਅਤੇ ਸਾਰੇ ਰਸੀਲੇ ਪਦਾਰਥ ਆਦਿ ਇਹ ਸਾਰਾ ਕੁਝ ਤੇਰਾ ਹੀ ਹੈ ਪਾਤਸ਼ਾਹ। ਜਿਵੇਂ ਕਬੀਰ ਜੀਆਂ ਦਾ ਇੱਕ ਸਲੋਕ ਵੀ ਹੈ ਨਾ, ਕਹਿੰਦਾ ਕਬੀਰ ਮੇਰਾ ਮੁਝ ਮੈਂ ਕਿਛ ਨਾਹੀ, ਜੋ ਕਿਛ ਹੈ ਸੋ ਤੇਰਾ। ਕਹਿੰਦੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸੋ ਇੱਥੇ ਵੀ ਮਹਾਰਾਜ ਕਹਿੰਦੇ ਮੈਂ ਨਾਹੀ ਕਛ ਆਹ ਨਾ ਮੋਰਾ, ਤਨ ਧਨ ਸਭ ਰਸ ਗੋਬਿੰਦ ਤੋਰਾ। ਰਹਾਉ। ਸੋ ਵਿਸ਼ਰਾਮ ਦੇ ਕੇ ਅੱਗੋਂ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਇਸ ਮਾਟੀ ਮਹਿ ਪਵਨ ਸਮਾਇਆ, ਝੂਠਾ ਪਰਪੰਚ ਜਰ ਚਲਾਇਆ। ਇਸ ਮਾਟੀ ਮਹਿ ਪਵਨ ਸਮਾਇਆ ਅਰਥਾਤ ਕਿ ਇਸ ਦੇਹੀ ਰੂਪ ਮਿੱਟੀ ਦੇ ਵਿੱਚ ਪ੍ਰਾਣ ਸਮਾਏ ਹੋਏ ਹਨ। ਪ੍ਰਾਣ ਟਿਕਾਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੰਜ।
ਬੇਜਾਨ ਮਿੱਟੀ ਦੇ ਲੋਥੜੇ ਨੂੰ ਪ੍ਰਾਣਾਂ ਦੀ ਦਾਤ ਬਖਸ਼ ਕੇ ਮਹਾਰਾਜ ਕਹਿੰਦੇ ਝੂਠਾ ਪਰਪੰਚ ਜੋਰ ਚਲਾਇਆ। ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਨੋ ਇਸ ਦੇਹੀ ਰੂਪ ਇੱਕ ਝੂਠਾ ਜਿਹਾ ਛਲਾਵਾ ਜੋੜ ਕੇ ਚਲਾ ਦਿੱਤਾ ਹੈ। ਭਾਵ ਕਿ ਇੱਕ ਪੰਜਾਂ ਤੱਤਾਂ ਦਾ ਫਰੇਬੀ ਜਿਹਾ ਪੁਤਲਾ ਘੜ ਕੇ ਉਹਨੇ ਪ੍ਰਾਣ ਫੂਕਣ ਤੋਂ ਉਪਰੰਤ ਇਸ ਨੂੰ ਤੋੜ ਦਿੱਤਾ। ਝੂਠਾ ਪਰਪੰਚ ਕਿਵੇਂ ਹੈ? ਇਹ ਜਿਹੜਾ ਮਨੁੱਖਾ ਸਰੀਰ ਹੈ, ਜਿਵੇਂ ਸਹਿਸਕ੍ਰਿਤੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਇੱਕ ਸਲੋਕ ਹੈ ਨਾ, ਕਹਿੰਦੇ ਕਾਚ ਕੋਟੰਗ ਰਚੰਤ ਤੋਯੰ ਲੇਪਨੰ ਰਕਤ ਚਰਮਣ ਹੈ ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨੈ। ਕਾਚ ਕੋਟੰਗ ਜਿਹੜਾ ਸਰੀਰ ਹੈ ਨਾ, ਜਿਹਨੂੰ ਆਪਾਂ ਸਥਿਰ ਸਮਝੀ ਬੈਠੇ ਹਾਂ, ਇਹ ਕੱਚਾ ਕਿਲ੍ਹਾ ਹੈ। ਮਹਾਰਾਜ ਕਹਿੰਦੇ ਰਚਨਾ ਇਹਦੀ ਕਾਹਦੇ ਤੋਂ ਹੋਈ? ਤੋਏ ਤੋਂ, ਪਾਣੀ ਤੋਂ। ਰਚੰਤ ਤੋਯੰ ਪਿਤਾ ਦਾ ਵੀਰਜ ਮਾਤਾ ਦੀ ਰਕਤ ਦੋਵੇਂ ਜਲ ਰੂਪ ਨੇ। ਅਤੇ ਲੇਪ ਇਹਨੂੰ ਕਾਹਦਾ? ਮਹਾਰਾਜ ਕਹਿੰਦੇ ਲੇਪਨੰ ਰਕਤ ਚਰਮਣ ਹੈ। ਰਕਤ ਅਤੇ ਚੰਮ ਦਾ, ਲਹੂ ਅਤੇ ਚੰਮ ਦਾ ਲੇਪ ਹੈ। ਇਹਨੂੰ ਪਲਸਤਰ ਹੈ, ਪੋਚਾ ਹੈ। ਕਹਿੰਦੇ ਨਵੰਤ ਦੁਆਰੰ ਭੀਤ ਰਹਿਤੰ, 9 ਇਹਦੇ ਦੁਆਰੇ ਨੇ, ਦਰਵਾਜ਼ੇ ਨੇ, ਉਹਨਾਂ ਨੂੰ ਕਿਵਾੜ ਵੀ ਨਹੀਂ ਚੜੇ ਹੋਏ। ਔਰ ਥੰਮੀਆਂ ਕਾਹਦੀਆਂ ਨੇ? ਇਹ ਸਰੀਰ ਰੂਪੀ ਕੱਚੇ ਕਿਲ੍ਹੇ ਦੇ ਥੱਲੇ ਬਾਏ ਰੂਪੰ ਅਸਥੰਭ ਨੇ, ਵਾਜੂ ਰੂਪ ਥੰਮੀਆਂ ਨੇ। ਵਾਜੂ ਰੂਪ ਸੋੜ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਵੀ ਬਚਨ ਹੈ, ਕਹਿੰਦੇ ਜਲ ਕੀ ਭੀਤ ਪਵਨ ਕਾ ਥੰਭਾ ਰਕਤ ਬੂੰਦ ਕਾ ਗਰ। ਪਾਣੀ ਦੀ ਕੰਧ ਹੈ ਸਰੀਰ, ਪ੍ਰਾਣਾਂ ਜਾਂ ਪਾਉਣ ਦੀਆਂ ਥੰਮੀਆਂ ਨੇ ਇਹਦੇ ਥੱਲੇ। ਔਰ ਗਾਰਾ ਕਾਹਦਾ ਲੱਗਾ? ਰਕਤ ਬੂੰਦ ਕਾ ਗਾਰਾ, ਮਾਤਾ ਦੀ ਰਕਤ ਔਰ ਪਿਤਾ ਦੇ ਵੀਰਜ ਦੀ ਬੂੰਦ ਦਾ ਗਾਰਾ ਲੱਗਾ। ਇਹਨੂੰ ਮਹਾਰਾਜ ਕਹਿੰਦੇ ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਹੱਡੀਆਂ ਮਾਸ ਤੇ ਨਾੜੀਆਂ ਦਾ ਪਿੰਜਰਾ, ਚਾਤਮਾ ਰੂਪੀ ਪੰਛੀ ਵਸਦਾ ਇੱਕ ਵਿਚਾਰਾ। ਸੋ ਮਹਾਰਾਜ ਕਹਿੰਦੇ ਸਮਾਟੀ ਮਹਿ ਪਵਨ ਸਮਾਇਆ, ਝੂਠਾ ਪਰਪੰਚ ਜੋਰ ਚਲਾਇਆ। ਜ਼ੋਰ ਦਾ ਅਰਥ ਆਪਣੇ ਜ਼ੋਰ ਦੇ ਨਾਲ ਵੀ ਹੁੰਦਾ। ਅਕਾਲ ਪੁਰਖ ਨੇ ਆਪਣੀ ਬਲ ਸ਼ਕਤੀ ਦੇ ਨਾਲ ਝੂਠੇ ਪਰਪੰਚ ਨੂੰ ਚਲਾਉਣਾ ਕੀਤਾ। ਸੋ ਅੱਗੋਂ ਤੀਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਿ ਛਲਾਵਾ ਮਾਤਰ, ਛਿਣ ਭੰਗਰ ਔਰ ਨਾਸ਼ਵੰਤ ਹੋਣ ਦੇ ਬਾਵਜੂਦ ਵੀ ਇਸ ਦੇਹੀ ਦੀ ਪਰਵਰਿਸ਼ ਹਿਤ ਲੋਕਾਂ ਨੇ ਲੱਖਾਂ ਔਰ ਕਰੋੜਾਂ ਹੀ ਜੋੜਨੇ ਕੀਤੇ। ਮਹਾਰਾਜ ਕਹਿੰਦੇ ਕਿਨਹੁ ਲਾਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰਿਆ ਫੋਰੀ। ਕਿਨਹੁ ਲਾਖ ਪਾਂਚ ਕੀ ਜੋਰੀ, ਅਰਥਾਤ ਕਿਸੇ ਭੁੱਲੜ ਪ੍ਰਾਣੀ ਨੇ ਤਾਂ 5 ਲੱਖ ਦੀ ਗਿਣਤੀ ਦੀ ਮਾਇਆ ਜੋੜ ਨਹੀਂ ਕੀਤੀ। ਭਾਵ ਕਿ ਬੇਸ਼ੁਮਾਰ ਦੌਲਤ ਇਕੱਤਰ ਕਰਨੀ ਕੀਤੀ। ਪਰੰਤੂ ਮਹਾਰਾਜ ਕਹਿੰਦੇ ਹਸ਼ਰ ਉਹਨਾਂ ਦਾ ਵੀ ਇਹੀ ਹੋਇਆ, ਅੰਤ ਕੀ ਬਾਰ ਗਗਰੀਆ ਫੋਰੀ। ਅਰਥਾਤ ਕਿ ਅੰਤ ਸਮੇਂ ਉਹਨਾਂ ਲੱਖਪਤੀ ਲੋਕਾਂ ਦੇ ਮਰਨ ਉਪਰੰਤ ਵੀ ਉਹਨਾਂ ਦੇ ਸਕੇ ਸੰਬੰਧੀਆਂ ਨੇ ਸਾਰੇ ਸਧਾਰਨ ਲੋਕਾਂ ਦੇ ਪੁੱਤਾਂ ਪੋਤਰਿਆਂ ਦੇ ਵਾਂਗ ਹੀ ਉਹਨਾਂ ਦੀ ਵੀ ਗਾਗਰ ਫੋੜ ਦਿੱਤੀ। ਭਾਵ ਕਿ ਕੱਚਾ ਭਾਂਡਾ ਭੰਨ ਦਿੱਤਾ। ਜ਼ਿਕਰਯੋਗ ਹੈ ਕਿ ਸਨਾਤਨੀ ਮੱਤ ਦੇ ਧਾਰਨੀ ਲੋਕਾਂ ਦੇ ਵੱਲੋਂ ਕਿਸੇ ਜੀਵ ਦੇ ਮਰਨ ਉਪਰੰਤ ਉਸ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਇੱਕ ਕੱਚਾ ਭਾਂਡਾ ਭੰਨਿਆ ਜਾਂਦਾ ਹੈ। ਅਤੇ ਬੇਸ਼ੱਕ ਉਹ ਮਰਨੇ ਵਾਲਾ ਪ੍ਰਾਣੀ ਲੱਖਪਤੀ ਹੀ ਕਿਉਂ ਨਾ ਹੋਵੇ। ਸੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕਿਨਹੁ ਲਾਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰਿਆ ਫੋਰੀ। ਸੋ ਅੱਗੋਂ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਆਪਣੇ ਬਚਨ ਦੇ। ਕਹਿੰਦੇ ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮਹਿ ਬਿਨ ਸਜਾਏ ਅਹੰਕਾਰੀ। ਕਹਿ ਕਬੀਰ ਇੱਕ ਨੀਵ ਉਸਾਰੀ। ਕਹਿੰਦੇ ਹਨ ਕਬੀਰ ਪਾਤਸ਼ਾਹ ਕਿ ਭੁੱਲੜ ਪ੍ਰਾਣੀ ਆ ਜਿਹੜੀ ਤੂੰ ਇੱਕ ਝੂਠੇ ਜਿਹੇ ਮਹਿਲ ਦੀ ਨੀਂਵ ਉਸਾਰੀ ਹੈ ਨਾ, ਭਾਵ ਕਿ ਕੋੜ ਦੀ ਬੁਨਿਆਦ ਉੱਪਰ ਹੰਕਾਰ ਰੂਪੀ ਮਹਿਲ ਦਾ ਨਿਰਮਾਣ ਕੀਤਾ ਜਿਹੜਾ ਤੂੰ। ਮਹਾਰਾਜ ਕਹਿੰਦੇ ਖਿਨ ਮੈਂ ਬਿਨ ਸਜਾਏ ਅਹੰਕਾਰੀ। ਅਰਥਾਤ ਕਿ ਹੰਕਾਰੀ ਪੁਰਸ਼ਾ ਹੈ, ਗਰੂਰੀ ਪੁਰਸ਼ਾ ਹੈ, ਘਮੰਡੀ ਪੁਰਸ਼ਾ ਕੇਵਲ ਇੱਕ ਖਿਣ ਮਾਤਰ ਦੇ ਵਿੱਚ ਹੀ ਮਹਾਰਾਜ ਕਹਿੰਦੇ ਤੇਰੀ ਇਹ ਫਰੇਬੀ ਰਚਨਾ ਬਿਨਸ ਜਾਵੇਗੀ। ਜਿਵੇਂ ਗੌੜੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਕਥਨ ਹੈ ਨਾ, ਕਹਿੰਦੇ ਦੇ ਦੇ ਨੀਵ ਦੀਵਾਲ ਉਸਾਰੀ ਪਸਮੰਦਰ ਕੀ ਢੇਰੀ। ਡੂੰਘੀ ਨੀਂਹ ਪੁੱਟ ਪੁੱਟ ਕੇ ਮਹਾਰਾਜ ਕਹਿੰਦੇ ਉੱਤੇ ਦੀਵਾਰਾਂ ਉਸਾਰਨੀਆਂ ਕੀਤੀਆਂ, ਮਹਿਲ ਬਣਾ ਲਿਆ, ਪਰ ਜਿਹੜਾ ਤੇਰਾ ਮੰਦਰ ਹੈ ਨਾ ਭਸਮ ਦੀ ਢੇਰੀ ਹੈ, ਸਵਾਹ ਦੀ ਢੇਰੀ ਹੈ। ਮਹਾਰਾਜ ਕਹਿੰਦੇ
ਸੰਚੈ ਸੰਚ ਨ ਦੇਈ ਕਿਸ ਹੀ ਅੰਧ ਜਾਣੈ ਸਭ ਮੇਰੀ। ਜੋੜੀ ਜਾਂਦਾ ਦੌਲਤ, ਜੋੜੀ ਜਾਂਦਾ ਦੌਲਤ, ਕਿਸੇ ਨੂੰ ਦੰਦਾ ਵੀ ਨਹੀਂ ਲੋੜਵੰਦ ਨੂੰ। ਅੰਧ ਜਾਣੈ ਸਭ ਮੇਰੀ, ਅਗਿਆਨੀ ਸਮਝਦਾ ਕਰੇ ਸਾਰੀ ਮਾਇਆ ਮੇਰੀ ਹੈ। ਇਹਨੂੰ ਭੁੱਲਣ ਨੂੰ ਇਹ ਨਹੀਂ ਪਤਾ, ਸੋਏ ਨ ਲੰਕਾ ਸੋਏ ਨ ਮਾੜੀ, ਸੰਪੈ ਕਿਸੈ ਨਾ ਘੇਰੀ। ਉਹ ਰਾਵਣ ਵੱਲ ਵੇਖ, ਜਿਹਦੀ ਸਾਰੀ ਲੰਕਾ ਸੋਨੇ ਦੀ ਸੀ, ਜਿਹਦੀ ਮਾੜੀ ਅਰਥਾਤ ਅਟਾਰੀ ਵੀ ਸੋਨੇ ਦੀ ਸੀ। ਮਹਾਰਾਜ ਕਹਿੰਦੇ ਸੰਪੈ ਕਿਸੈ ਨਾ ਘੇਰੀ, ਇਹ ਦੌਲਤ ਭਾਈ ਕਿਸੇ ਦੀ ਨਹੀਂ। ਸੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮਹਿ ਬਿਨ ਸਜਾਏ ਅਹੰਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।